ਧਮਕੀ ਕਿਹੜੀ ਆਈ ਅੱਜ ਜਿਹੜਾ ਦੱਸਿਆ ਜਾ ਰਿਹਾ, ਤੁਸੀਂ ਕਹਿ ਰਹੇ ਕਿ ਧਮਕੀ ਆਈ ਹੈ, ਮੈਨੂੰ ਮਾਰ ਦੇਣੇ ਦੀ ਵੀ ਧਮਕੀ ਆਈ, ਗੋਲੀ ਮਾਰਨੀ ਹੈ ਸਿੱਧੀ ਤੁਹਾਡੇ? ਕੌਣ ਸੀ ਬੰਦੇ ਉਹ? ਪਛਾਣ ਹੈ ਤੁਹਾਡੀ? ਕੋਈ ਆਪਸੀ ਰੰਜਿਸ਼ ਸੀ ਪਹਿਲਾਂ ਕੋਈ ਨਾਲ? ਸਾਡਾ ਕਿਸੇ ਨਾਲ ਕੋਈ ਇੱਦਾਂ ਆਪਸੀ ਰੰਜਿਸ਼ ਵਾਲਾ ਕੰਮ ਹੀ ਹੈ ਨਹੀਂ, ਪਰ ਇਹ ਹੈ ਵੀ ਸਾਡੀ ਰੰਜਿਸ਼ ਜਿਹੜੀ ਹੈ ਉਹ ਨਸ਼ੇ ਔਰ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਤਾਂ ਹੈਗੀ ਹੈ। ਧਮਕੀ ਮਿਲੀ ਕਿੱਥੇ ਹੈ ਤੁਹਾਨੂੰ? ਕਿਸ ਚੀਜ਼ ਤੇ ਆਏ ਸੀ ਨੌਜਵਾਨ? ਬਾਈਕ ਸੇ ਸੀ, ਗੱਡੀ ਸੀ, ਜਾਂ ਤੁਹਾਨੂੰ ਕਿੱਥੇ ਘੇਰਿਆ ਗਿਆ? ਕਿਹੜੇ ਤੁਹਾਨੂੰ ਧਮਕੀ ਦਿੱਤੀ ਉਹਨਾਂ ਨੇ? ਉਹਨਾਂ ਦੇ ਘਰੋਂ ਮੈਂ ਜਦ ਮੀਟਿੰਗ ਕਰਕੇ ਨਿਕਲਿਆ ਤੇ ਬਾਹਰ ਗੱਡੀ ਹਜੇ ਤੋਰੀ ਹੈ, ਮੇਰੀ ਗੱਡੀ ਇੱਦਾਂ ਗਈ ਤੇ ਇੱਦਾਂ ਦੋ ਮੁੰਡਿਆਂ ਨੇ ਆ ਕੇ ਮੋਟਰਸਾਈਕਲ ਲਾਇਆ ਤੇ ਹੁਲੀਆ ਜਿਹੜਾ ਉਹਨਾਂ ਦਾ ਹੈਗਾ ਉਹ ਮੈਂ ਜਿਹੜਾ ਥਾਣਾ ਮਾਜਰੀ ਹੈਗਾ ਉੱਥੇ ਜਾ ਕੇ ਦੱਸ ਆਇਆ। ਮੈਂ ਕੀ ਹੈ ਉਹ ਵੀ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ, ਕਿਉਂਕਿ ਜਿਹੜੀ ਤੁਸੀਂ ਮੁਹਿੰਮ ਤੋਰੀ ਹੋਈ ਹੈ ਇਹਦੇ ਵਿੱਚ ਪਹਿਲਾ ਸਟੈਪ ਹੈ ਜਿਹਦੇ ਵਿੱਚ ਪਹਿਲੀ ਪੌੜੀ ਤੁਹਾਨੂੰ ਧਮਕੀ ਵੱਡੀ ਆ ਗਈ। ਕੀ ਕਿਹਾ ਸੀ ਪਹਿਲਾਂ ਉਹਨਾਂ ਨੇ? ਦੱਸ ਜੀ ਉਹਨਾਂ ਨੇ ਸਿੱਧੀ ਗੱਲ ਕੀਤੀ ਵੀ ਜਿਹੜੀ ਤੁਸੀਂ ਇਹ ਮੁਹਿੰਮ ਚਲਾਈ ਹੈ ਇਹਨੂੰ ਬੰਦ ਕਰ ਦਿਓ, ਨਹੀਂ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰ ਦਿਆਂਗੇ। ਇਹ ਉਹਨਾਂ ਨੌਜਵਾਨਾਂ ਨੇ ਕਿਹਾ ਜਿਹੜੇ ਤੁਹਾਨੂੰ ਘੇਰਿਆ ਹੈ ਕਿ ਸਾਹਮਣੇ ਤੋਂ ਗੋਲੀ ਮਾਰਾਂਗੇ, ਨਹੀਂ ਤਾਂ ਇਹ ਨਸ਼ਾ ਛਡਾਉਣਾ ਜਿਹੜਾ ਕੰਮ ਕਰ ਰਹੇ ਤੁਸੀਂ ਬੰਦ ਕਰ ਦਿਓ। ਲੈ ਕੇ ਜਦੋਂ ਤੁਹਾਨੂੰ ਧਮਕੀ ਮਿਲਦੀ ਹੈ ਆਉਂਦੇ ਹੋਏ ਤੁਹਾਡੇ ਥਾਣਾ ਮਾਜਰੀ ਪੁਲਿਸ ਸਟੇਸ਼ਨ ਪੈਂਦਾ ਹੈ, ਐਸਐਚਓ ਸਾਹਿਬ ਦੇ ਧਿਆਨ 'ਚ ਲਿਆਏ ਮਾਮਲਾ ਹੈ? ਅੱਜ ਧਮਕੀ ਤੋਂ ਡਰ ਲੱਗਿਆ? ਜਿਵੇਂ ਗੋਲੀ ਮਾਰਨ ਦੀ ਗੱਲ ਕੀਤੀ, ਸਿੱਧੀ ਗੋਲੀ ਮਾਰਨੀ ਹੈ ਕਿ ਨਹੀਂ ਪਿੱਛੇ ਹਟ ਜਾਓ, ਕੋਈ ਇੱਦਾਂ ਲੱਗਿਆ? ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਇਹ ਪਹਿਲਾਂ ਪਤਾ ਸੀ ਕਿ ਇਹ ਧਮਕੀਆਂ ਤਾਂ ਆਉਣੀਆਂ ਜਿਹੜੇ ਕੰਮ ਤੁਸੀਂ ਜਿਹੜੇ ਰਾਹ 'ਚ ਤੁਰ ਰਹੇ ਹੋ ਤੁਸੀਂ? 2 ਮਹੀਨੇ ਪਹਿਲਾਂ ਇਹ ਮੁਹਿੰਮ ਸ਼ੁਰੂ ਕੀਤੀ ਸੀ, ਮੈਨੂੰ 2 ਮਹੀਨੇ ਪਹਿਲਾਂ ਹੀ ਪਤਾ ਸੀ ਵੀ ਮੈਨੂੰ ਧਮਕੀ ਆਣੀ ਹੈ, ਹੋ ਸਕਦਾ ਗੋਲੀ ਵੀ ਵੱਜਣੀ ਹੈ। ਲੱਗਦਾ ਕਿ ਵਿਕਰਮ ਸੇਠੀ ਤੇ ਵਿਕਰਮ ਸੇਠੀ ਟੀਮ ਨੇ ਨਸ਼ੇ ਦੀ ਚੈਨ ਤੋੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਤਾਂ ਕਿ ਨਸ਼ਾ ਤਸਕਰਾਂ ਨੂੰ ਡਰ ਪੈ ਗਿਆ ਕਿ ਇਹ ਬੰਦਾ ਸਾਡਾ ਵਿਰੋਧੀ ਹੈ। ਹੁਣ ਅਸੀਂ ਕੱਲ੍ਹ ਉੱਥੇ ਪਿੰਡ ਦੇ ਵਿੱਚ ਇਹੀ ਕੰਮ ਕਰਨ ਜਾ ਰਹੇ ਹਾਂ ਵੀ ਅਸੀਂ ਘਰ ਘਰ ਦੇ ਵਿੱਚ ਜਾਣਾ। ਕੋਈ ਨਾਮ ਵੀ ਸਾਹਮਣੇ ਆਏ ਵਿਕਰਮ ਜੀ? ਕੋਈ ਇੱਦਾਂ ਹੀ ਨਸ਼ਾ ਤਸਕਰਾਂ ਦੇ ਕੋਈ ਲਿਸਟ ਤੁਹਾਡੇ ਕੋਲ ਇੱਦਾਂ ਦਾ ਕੋਈ ਨਾਮ ਆਇਆ ਕਿ ਜਿਹੜਾ ਤੁਸੀਂ ਆਉਣ ਵਾਲੇ ਖੁਲਾਸੇ ਵੀ ਕਰ ਸਕਦੇ ਹੋ, ਪੁਲਿਸ ਦੇ ਨਾਮ ਦੇ ਵੀ ਸਕਦੇ ਹੋ? ਕੋਈ ਇੱਦਾਂ ਦਾ ਵੀ ਆਇਆ ਸਾਹਮਣੇ? ਜੀ ਸਰ। ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ ਵਗ ਰਿਹਾ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਤੱਕ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਜ਼ਿਆਦਾਤਰ ਪੰਜਾਬ ਨੂੰ ਚਿੱਟਾ ਘੁਣ ਵਾਂਗੂ ਖਾ ਰਿਹਾ ਹੈ, ਜਿਸ ਨੂੰ ਲੈ ਕੇ ਚਿੰਤਾ ਛਿੜੀ ਹੋਈ ਹੈ ਮਾਂ ਬਾਪਾਂ ਨੂੰ, ਭੈਣ ਭਰਾਵਾਂ ਨੂੰ ਕਿ ਸਾਡੇ ਬੱਚੇ ਬਚਣਗੇ ਕਿਵੇਂ, ਕਿਉਂਕਿ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਜ਼ਾਨਾ ਨਸ਼ੇ ਦੇ ਕਾਰਨ ਕਈ ਮੌਤਾਂ ਹੋ ਰਹੀਆਂ ਨੇ, ਜਿਹਦੇ ਕਾਰਨ ਪੰਜਾਬ ਸਰਕਾਰ, ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਵੱਡੇ ਦਾਅਵੇ ਕਰ ਰਿਹਾ ਹੈ ਕਿ ਅਸੀਂ ਨਸ਼ੇ ਤੇ ਠੱਲ ਪਾ ਦਿੱਤੀ ਹੈ, ਪਰ ਅਜੇ ਵੀ ਕਿਤੇ ਨਾ ਕਿਤੇ ਨਸ਼ਾ ਜ਼ੋਰਾਂ 'ਤੇ ਹੈ। ਪਰ ਇਸੇ ਨਸ਼ੇ ਨੂੰ ਰੋਕਣ ਵਾਸਤੇ, ਨਸ਼ੇ ਦੇ ਦਲਦਲ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਣ ਵਾਸਤੇ ਉਹਨਾਂ ਨੌਜਵਾਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਸੀ, ਜਿਹੜੇ ਨੌਜਵਾਨ ਇਸ ਨਸ਼ੇ ਦਲਦਲ 'ਚ ਧਸੇ ਹੋਏ ਸੀ, ਜਿਹੜੇ ਮੌਤ ਦੇ ਮੂੰਹ ਵਿੱਚੋਂ ਬਾਹਰ ਆਏ ਨੇ, ਜਿਨ੍ਹਾਂ ਨੇ ਆਪਣੀ ਮੁੜ ਤੋਂ ਜ਼ਿੰਦਗੀ ਬਦਲੀ ਹੈ, ਮੁੜ ਤੋਂ ਆਪਣੇ ਜੀਵਨ ਨੂੰ ਆਬਾਦ ਕੀਤਾ ਹੈ। ਅੱਜ ਕੱਲ੍ਹ ਨਿਊ ਚੰਡੀਗੜ੍ਹ ਦੇ ਵਿੱਚ ਨਸ਼ਾ ਛਡਾਓ ਇੱਕ ਨੌਜਵਾਨ ਮੋਰਚਾ ਬਣਿਆ ਹੋਇਆ, ਜਿਸ ਨੂੰ ਲੈ ਕੇ ਵਿਕਰਮ ਸੇਠੀ ਜਿਹੜੇ ਨੇ ਉਹਨਾਂ ਦੀ ਟੀਮ ਹੈ, ਉਹਨਾਂ ਵੱਲੋਂ ਲਗਾਤਾਰ ਪਿੰਡਾਂ ਨੂੰ ਜਾ ਕੇ ਕੈਂਪ ਲਗਾਏ ਜਾ ਰਹੇ ਨੇ, ਅਵੇਅਰ ਕੀਤਾ ਜਾ ਰਿਹਾ ਲੋਕਾਂ ਨੂੰ, ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ। ਹੁਣ ਤੱਕ ਕਈ ਨੌਜਵਾਨਾਂ ਨੇ ਮਨ ਬਣਾ ਲਿਆ ਕਿ ਅਸੀਂ ਇਹ ਨਸ਼ੇ ਨੂੰ ਛੱਡ ਦੇਣਾ ਹੈ, ਨਸ਼ੇ ਨੂੰ ਦੂਰ ਕਰ ਦੇਣਾ, ਜਿਹਦੇ ਕਾਰਨ ਉਹ ਆਪਣੇ ਕੰਮਕਾਰ 'ਤੇ ਵੀ ਲੱਗ ਗਏ ਨੇ। ਪਰ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਵੀ ਭੱਜਣਾ ਪੈ ਗਿਆ ਕਿ ਸਾਡੇ ਕੰਮਕਾਰ ਠੱਪ ਕਰ ਦਿੱਤੇ ਨੇ ਵਿਕਰਮ ਸੇਠੀ ਨੇ, ਜਿਸ ਨੂੰ ਲੈ ਕੇ ਅੱਜ ਵਿਕਰਮ ਸੇਠੀ ਨੂੰ ਨਸ਼ਾ ਤਸਕਰਾਂ ਵੱਲੋਂ ਇੱਕ ਧਮਕੀ ਆਈ ਹੈ। ਕੀ ਧਮਕੀ ਆਈ ਹੈ ਉਹ ਗੱਲਬਾਤ ਕਰਦੇ ਹਾਂ। ਵਿਕਰਮ ਸੇਠੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਰ। ਅੱਛਾ, ਜਿਸ ਤਰੀਕੇ ਨਾਲ ਮੈਂ ਸ਼ੁਰੂ ਕੀਤਾ ਹੈ ਕਿ ਤੁਸੀਂ ਉਸੇ ਦਲਦਲ 'ਚੋਂ ਆਏ ਹੋ ਜਿਹੜੇ ਦਲਦਲ 'ਚ ਤੁਸੀਂ ਨੌਜਵਾਨਾਂ ਨੂੰ ਬਾਹਰ ਕੱਢ ਰਹੇ ਹੋ, ਪਰ ਇਹ ਜਿਹੜੀ ਮੁਹਿੰਮ ਸੀ ਜਿਸ ਨੂੰ ਲੈ ਕੇ ਨਸ਼ਾ ਤਸਕਰ ਲਗਾਤਾਰ ਇਹ ਸੋਚ ਰਹੇ ਸੀ ਕਿ ਸਾਡਾ ਕੰਮ ਕਾ ਠੱਪ ਕਰਤਾ ਵਿਕਰਮ ਸੇਠੀ ਨੇ। ਅੱਜ ਫਿਰ ਜਿਹੜੀ ਉਮੀਦ ਸੀ ਤੁਹਾਨੂੰ ਕਿ ਧਮਕੀ ਆਏਗੀ, ਜ਼ਰੂਰ ਆਏਗੀ, ਅੱਜ ਇੱਦਾਂ ਹੀ ਹੋਇਆ ਜੀ। ਅੱਜ ਦਾ ਪਹਿਲਾਂ ਮੈਂ ਵਾਕਿਆ ਦੱਸ ਦਿੰਦਾ ਆਪਣੇ ਜਿੰਨੇ ਸਰੋਤਾ ਹੈਗੇ ਆ। ਬਈ ਖੇੜਾ ਪਿੰਡ ਹੈਗਾ ਆਪਣੇ ਮਾਜਰੀ ਦੇ ਨਾਲ, ਸਿਆਲਬੇ ਦੇ ਨਾਲ ਲੱਗਦਾ ਹੈਗਾ ਜੀ, ਅਤੇ ਮਾਜਰੀ ਪਿੰਡ ਦੇ ਨਾਲ ਜਿਹੜਾ ਸਿਆਲਬਾ ਉਹਦੇ ਅੱਗੇ ਜਾ ਕੇ ਖੇੜਾ ਪੈਂਦਾ ਹੈਗਾ, ਸਾਡੀ ਉੱਥੇ ਮੁਹਿੰਮ ਚੱਲ ਰਹੀ ਹੈਗੀ ਆ। ਅਸਲ ਦੇ ਵਿੱਚ ਮੇਰਾ ਉਸ ਪਿੰਡ ਦੇ ਨਾਲ ਪੁਰਾਣਾ ਰਿਲੇਸ਼ਨ ਹੈਗਾ, ਮੇਰੀ ਉੱਥੇ ਇੱਕ ਛੋਟੀ ਜਿਹੀ ਜ਼ਮੀਨ ਵੀ ਹੈਗੀ ਆ, ਅਤੇ ਮੈਂ ਜਿਹੜਾ ਇਹ ਮੁਹਿੰਮ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕੀਤੀ ਵੀ ਖੇੜੇ ਤੋਂ ਕਿਉਂ ਨਾ ਸ਼ੁਰੂ ਕੀਤਾ ਜਾਵੇ, ਕਿਉਂਕਿ ਜਿਹੜਾ ਆਪਣੀ ਜਗ੍ਹਾ ਹੀ ਹੈਗੀ ਆ। ਅਤੇ ਉੱਥੇ ਜਦ ਦਾ ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਅਸੀਂ ਕਈ ਮੁੰਡੇ ਜਿਹੜੇ ਨਸ਼ੇ ਲਾਉਂਦੇ ਸੀ ਉਸ ਤੋਂ ਨਸ਼ੇ ਤੋਂ ਬਾਹਰ ਕੱਢੇ ਅਸੀਂ। ਕਈ ਇਹੋ ਜਿਹੇ ਮੁੰਡੇ ਸੀ ਜਿਹੜੇ ਨਸ਼ਾ ਵੇਚਦੇ ਵੀ ਸੀਗੇ ਔਰ ਲਾਉਂਦੇ ਵੀ ਸੀਗੇ, ਉਹ ਵੀ ਛੱਡ ਗਏ। ਤਾਂ ਕਿਤੇ ਨਾ ਕਿਤੇ ਜਿਹੜੇ ਆ ਤਸਕਰ ਸੀਗੇ ਇਹਨਾਂ ਦੇ ਕਾਰੋਬਾਰ ਦੇ ਵਿੱਚ ਘਾਟਾ ਹੋਣਾ ਸ਼ੁਰੂ ਹੋਇਆ। ਅਤੇ ਉਸ ਤੋਂ ਬਾਅਦ ਦੂਸਰੀ ਗੱਲ, ਜਿੰਨੇ ਕੁ ਵੀ ਪਿੰਡ ਵਾਲੇ ਬੰਦੇ ਸੀ ਜਿਹੜੇ ਪਹਿਲਾਂ ਚੁੱਪ ਰਹਿੰਦੇ ਹੁੰਦੇ ਸੀਗੇ, ਪਰ ਸਾਡੇ ਮੋਰਚੇ ਦੇ ਕਰਕੇ ਉਹਨਾਂ ਨੂੰ ਵੀ ਜ਼ਬਾਨ ਮਿਲ ਗਈ, ਉਹਨਾਂ ਨੂੰ ਵੀ ਥੋੜ੍ਹੀ ਤਾਕਤ ਮਿਲ ਗਈ, ਉਹ ਅੱਗੇ ਆ ਕੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸਾਹਮਣੇ ਤੋਂ। ਔਰ ਤੀਸਰਾ, ਜਿਹੜੇ ਉਹਨਾਂ ਦੇ ਆਪਣੇ ਬੱਚੇ ਹੈਗੇ ਉਹਨਾਂ ਵੱਲ ਉਹਨਾਂ ਧਿਆਨ ਦੇਣਾ ਸ਼ੁਰੂ ਕੀਤਾ ਕਿ
ਜੇ ਪਹਿਲਾਂ ਮਤਲਬ ਮੁੰਡਾ ਜਿਹੜਾ ਇਕੱਲਾ ਵਿਚਾਰਾ ਕਿਤੇ ਜਾਂਦਾ ਹੁੰਦਾ ਸੀ ਜਾਂ ਉਹਨੂੰ ਉਹ ਪੁੱਛਦੇ ਨਹੀਂ ਸੀਗੇ ਵੀ ਕਿੱਥੇ ਗਿਆ ਆ, ਹੁਣ ਅਸੀਂ ਉਹਨਾਂ ਦੇ ਨਾਲ ਖੜੇ ਹੋ ਕੇ ਪੁੱਛਦੇ ਹਾਂ ਵੀ ਹਾਂਜੀ ਗੱਲ ਕੀ ਹੈਗੀ ਆ, ਕਿਹੜਾ ਨਸ਼ਾ ਲਾਉਂਦੇ ਹੋ, ਕਿਸ ਤਰ੍ਹਾਂ ਹੈਗਾ, ਮਤਲਬ ਅਸੀਂ ਇੰਟਰਵੈਂਸ਼ਨ ਕਰ ਦਿੰਦੇ ਹਾਂ ਜਾ ਕੇ। ਤਾਂ ਇਸ ਤਰੀਕੇ ਦੇ ਨਾਲ ਏਰੀਆ ਦੇ ਵਿੱਚ ਜਿਹੜਾ ਨਸ਼ਾ ਸੀਗਾ ਉਹ ਘਟਣਾ ਸ਼ੁਰੂ ਹੋ ਗਿਆ ਤੇ ਜਿਹੜਾ ਨਸ਼ੇ ਦੀ ਸੇਲ ਸੀ ਅਲਟੀਮੇਟਲੀ ਉਹ ਵੀ ਘਟਣੀ ਸ਼ੁਰੂ ਹੋ ਗਈ। ਧਮਕੀ ਕਿਹੜੀ ਆਈ ਅੱਜ ਜਿਹੜਾ ਦੱਸਿਆ ਜਾ ਰਿਹਾ, ਤੁਸੀਂ ਕਹਿ ਰਹੇ ਕਿ ਧਮਕੀ ਆਈ ਹੈ, ਮੈਨੂੰ ਮਾਰ ਦੇਣੇ ਦੀ ਵੀ ਧਮਕੀ ਆਈ, ਗੋਲੀ ਮਾਰਨੀ ਹੈ ਸਿੱਧੀ ਤੁਹਾਡੇ? ਕੌਣ ਸੀ ਬੰਦੇ ਉਹ? ਪਛਾਣ ਹੈ ਤੁਹਾਡੀ? ਕੋਈ ਆਪਸੀ ਰੰਜਿਸ਼ ਸੀ ਪਹਿਲਾਂ ਕੋਈ ਉਹਨਾਂ ਦੇ ਨਾਲ? ਦੇਖੋ ਜੀ, ਮੇਰੀ ਕਿਸੇ ਨਾਲ ਆਪਸੀ ਰੰਜਿਸ਼ ਨਹੀਂ ਹੈਗੀ ਹੈ, ਨਾ ਸਾਡਾ ਕੋਈ ਬਿਜ਼ਨਸ ਹੈ, ਨਾ ਪੈਸੇ ਦਾ ਸਾਡਾ ਕੋਈ ਕੰਮ ਹੈ, ਸਾਡਾ ਸਿਰਫ ਅਵੇਅਰਨੈਸ ਦਾ ਕੰਮ ਹੈਗਾ। ਅਸੀਂ ਨਸ਼ੇ ਦੇ ਵਿਰੋਧ 'ਚ ਕੰਮ ਕਰਦੇ ਹੈਗੇ ਹਾਂ, ਸਾਡਾ ਕਿਸੇ ਨਾਲ ਕੋਈ ਇੱਦਾਂ ਆਪਸੀ ਰੰਜਿਸ਼ ਵਾਲਾ ਕੰਮ ਹੀ ਹੈ ਨਹੀਂ। ਪਰ ਇਹ ਹੈ ਵੀ ਸਾਡੀ ਰੰਜਿਸ਼ ਜਿਹੜੀ ਹੈ ਉਹ ਨਸ਼ੇ ਔਰ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਤਾਂ ਹੈਗੀ ਆ। ਤਾਂ ਇਹੋ ਜਿਹੇ ਕੋਈ ਬੰਦੇ ਹੋਣੇ ਆ ਜੀ ਜਿਨ੍ਹਾਂ ਨੇ ਧਮਕੀ ਦਿੱਤੀ ਆ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੋਣਾ ਹੋ ਸਕਦਾ ਸਾਡੇ ਘਰ। ਧਮਕੀ ਮਿਲੀ ਕਿੱਥੇ ਹੈ ਤੁਹਾਨੂੰ? ਕਿਸ ਚੀਜ਼ ਤੇ ਆਏ ਸੀ ਨੌਜਵਾਨ? ਬਾਈਕ ਸੇ ਸੀ, ਗੱਡੀ ਸੀ, ਜਾਂ ਤੁਹਾਨੂੰ ਕਿੱਥੇ ਘੇਰਿਆ ਗਿਆ? ਕਿਹੜੇ ਤੁਹਾਨੂੰ ਧਮਕੀ ਦਿੱਤੀ ਉਹਨਾਂ ਨੇ? ਜੀ ਮੈਂ ਦੱਸਦਾ ਜੀ, ਖੇੜਾ ਪਿੰਡ ਦੇ ਵਿੱਚ ਸਾਡੇ ਇੱਕ ਜਾਣਕਾਰ ਹੈਗੇ ਆ, ਤੁਸੀਂ ਕਹਿ ਲਓ ਮੋਰਚੇ ਦੇ ਮੈਂਬਰ ਹੈਗੇ ਆ, ਜਿਨ੍ਹਾਂ ਦਾ ਮੁੰਡਾ ਅਸੀਂ ਨਸ਼ੇ ਤੋਂ ਬਾਹਰ ਕੱਢਿਆ ਆਲਰੇਡੀ। ਤੇ ਉਹਨਾਂ ਦੇ ਘਰ ਅਸੀਂ ਜਾਂਦੇ ਰਹਿੰਦੇ ਆ, ਕਿਉਂਕਿ ਖੇੜੇ ਦੇ ਵਿੱਚ ਜਿਹੜਾ ਆਪਣਾ ਕੰਮ ਚੱਲ ਰਿਹਾ ਉਹ ਪੁਰਜ਼ੋਰ ਸਪੋਰਟ ਦਿੰਦੇ ਆ। ਤੁਸੀਂ ਸੋਚੋ ਜਿਹੜੇ ਬੰਦੇ ਦਾ ਮੁੰਡਾ ਅਸੀਂ ਨਸ਼ੇ ਤੋਂ ਕੱਢਿਆ ਹੋਏ ਤੇ ਉਹ ਸਾਡੀ ਸਪੋਰਟ ਤਾਂ ਕਰੇਗਾ ਹੀ। ਤੇ ਉੱਥੇ ਹੀ ਅਸੀਂ ਮੀਟਿੰਗ ਲਾਉਣ ਗਏ ਸੀਗੇ, ਮੈਂ ਇਕੱਲਾ ਹੀ ਸੀਗਾ ਬੇਸਿਕਲੀ, ਕਿਉਂਕਿ ਜਿਹੜੇ ਮੇਰੇ ਨਾਲ ਦੇ ਮੋਰਚੇ ਦੇ ਮੁੰਡੇ ਹੈਗੇ ਆ ਉਹ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਵੀ ਜਿਹੜੇ ਮੁੰਡੇ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਦੀ ਜੋ ਵੀ ਉਹਦੇ ਨਾਲ ਮੋਟੀਵੇਸ਼ਨ ਦੇ ਕੇ, ਗਾਈਡੈਂਸ ਦੇ ਕੇ ਤੇ ਨਸ਼ੇ ਛੁਡਾ ਕੇ, ਦਵਾਈਆਂ ਲਵਾ ਕੇ ਫਿਰ ਅਸੀਂ ਕੰਮ ਤੇ ਲਾ ਦਿੰਦੇ ਉਹਨਾਂ ਨੂੰ। ਇਸ ਕਰਕੇ ਮੈਨੂੰ ਜਿੱਥੇ ਵੀ ਆਉਣਾ ਜਾਣਾ ਪੈਂਦਾ ਮੈਂ ਇਕੱਲਾ ਹੀ ਹੁੰਦਾ, ਕਿਉਂਕਿ ਮੁੰਡੇ ਆਪਣੀ ਨੌਕਰੀ 'ਤੇ ਗਏ ਹੁੰਦੇ ਆ। ਤਾਂ ਮੈਂ ਨੋਰਮਲੀ ਜਿਵੇਂ ਇਕੱਲਾ ਹੁੰਦਾ ਮੈਂ ਇਕੱਲਾ ਹੀ ਸੀਗਾ। ਤੇ ਉਹਨਾਂ ਦੇ ਘਰੋਂ ਮੈਂ ਜਦ ਮੀਟਿੰਗ ਕਰਕੇ ਨਿਕਲਿਆ ਤੇ ਬਾਹਰ ਗੱਡੀ ਹਜੇ ਤੋਰੀ ਹੈ, ਮੇਰੀ ਗੱਡੀ ਇੱਦਾਂ ਗਈ ਤੇ ਇੱਦਾਂ ਦੋ ਮੁੰਡਿਆਂ ਨੇ ਆ ਕੇ ਮੋਟਰਸਾਈਕਲ ਲਾਇਆ ਤੇ ਹੁਲੀਆ ਜਿਹੜਾ ਉਹਨਾਂ ਦਾ ਹੈਗਾ ਉਹ ਮੈਂ ਜਿਹੜਾ ਥਾਣਾ ਮਾਜਰੀ ਹੈਗਾ ਉੱਥੇ ਜਾ ਕੇ ਦੱਸ ਆਇਆ। ਮੈਂ ਤੁਹਾਡੇ ਸਾਹਮਣੇ ਇੱਥੇ ਨਹੀਂ ਬੋਲਣਾ ਚਾਹੁੰਦਾ, ਪਰ ਉਹ ਜਿਹੜਾ ਹੁਲੀਆ ਸੀ ਮੈਂ ਲਿਖਾ ਆਇਆ ਹੈਗਾ। ਪਰ ਉਹਨਾਂ ਨੇ ਉੱਦਾਂ ਰੁਮਾਲ ਬੰਨੇ ਹੋਏ ਸੀਗੇ ਤੇ ਮੋਟਰਸਾਈਕਲ ਜਿਹੜਾ ਸੀਗਾ ਉਹ ਸਪਲੈਂਡਰ ਮੋਟਰਸਾਈਕਲ ਸੀਗਾ, ਉਹਦੇ ਉੱਤੇ ਨੰਬਰ ਵੀ ਮਿਟੇ ਹੋਏ ਸੀ, ਜਿੱਦਾਂ ਨਸ਼ੇੜੀਆਂ ਦੇ ਮੋਟਰਸਾਈਕਲ ਹੁੰਦੇ ਹੀ ਆ। ਕਿਹਾ ਕੀ ਹੈ ਉਹਨਾਂ ਬੰਦਿਆਂ ਨੇ ਜਿਹੜੇ ਤੁਹਾਨੂੰ ਘੇਰਿਆ? ਕਿਹਾ ਕੀ ਹੈ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਸਿੱਧੀ ਗੱਲ ਕਹੀ ਜੀ ਵੀ ਤੁਸੀਂ ਪਿੰਡੋਂ ਬਾਹਰ ਆ ਕੇ ਸਾਡੇ ਪਿੰਡ ਵਾਲਿਆਂ ਨੂੰ ਬਰਗਲਾ ਰਹੇ ਹੋ ਜਾਂ ਉਹਨਾਂ ਨੂੰ ਕਹਿ ਲਓ ਉਕਸਾ ਰਹੇ ਹੈਗੇ ਹੋ। ਮੈਂ ਉਹਨਾਂ ਨੂੰ ਸਿੱਧਾ ਕਹਿਤਾ, ਮੈਂ ਕਹਿੰਦਾ ਮੈਂ ਪਿੰਡ ਦਾ ਹੀ ਬੰਦਾ ਹੈਗਾ, ਮੇਰੀ ਤਾਂ ਆਪਣੀ ਜ਼ਮੀਨ ਹੈ ਇੱਥੇ ਯਾਰ। ਤੇ ਚਲੋ ਖੈਰ ਉਹਨਾਂ ਨੇ ਜੋ ਗੱਲ ਕਹਿਣੀ ਸੀ ਉਹਨਾਂ ਨੇ ਕਹਿਤੀ। ਕੀ ਕਿਹਾ ਕੀ ਹੈ ਉਹ ਵੀ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ, ਕਿਉਂਕਿ ਜਿਹੜੀ ਤੁਸੀਂ ਮੁਹਿੰਮ ਤੋਰੀ ਹੋਈ ਹੈ ਇਹਦੇ ਵਿੱਚ ਪਹਿਲਾ ਸਟੈਪ ਹੈ ਜਿਹਦੇ 'ਚ ਪਹਿਲੀ ਪੌੜੀ ਤੁਹਾਨੂੰ ਧਮਕੀ ਵੱਡੀ ਆ ਗਈ। ਕੀ ਕਿਹਾ ਸੀ ਪਹਿਲਾਂ ਉਹਨਾਂ ਨੇ, ਦੱਸ ਦਿਓ ਭਾਜੀ। ਉਹਨਾਂ ਨੇ ਸਿੱਧੀ ਗੱਲ ਕੀਤੀ ਵੀ ਜਿਹੜੀ ਤੁਸੀਂ ਇਹ ਮੁਹਿੰਮ ਚਲਾਈ ਹੈ ਇਹਨੂੰ ਬੰਦ ਕਰ ਦਿਓ, ਨਹੀਂ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰ ਦਿਆਂਗੇ। ਇਹ ਉਹਨਾਂ ਨੌਜਵਾਨਾਂ ਨੇ ਕਿਹਾ ਜਿਹੜੇ ਤੁਹਾਨੂੰ ਘੇਰਿਆ ਕਿ ਸਾਹਮਣੇ ਤੋਂ ਗੋਲੀ ਮਾਰਾਂਗੇ, ਨਹੀਂ ਤਾਂ ਇਹ ਨਸ਼ਾ ਛਡਾਉਣਾ ਜਿਹੜਾ ਕੰਮ ਕਰ ਰਹੇ ਤੁਸੀਂ ਬੰਦ ਕਰ ਦਿਓ। ਉਹਨਾਂ ਨੇ ਇਹੀ ਕਿਹਾ ਮੁਹਿੰਮ ਬੰਦ ਕਰ ਦਿਓ ਆਪਣੀ। ਕਹਿਣ ਦਾ ਉਹਨਾਂ ਮਤਲਬ ਇਹ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਵਾਲਿਆਂ ਨੂੰ ਜਿਹੜਾ ਤੁਸੀਂ ਨਸ਼ੇ ਦੇ ਖਿਲਾਫ ਪ੍ਰੋਤਸਾਹਿਤ ਕਰਦੇ ਹੋ, ਇਹ ਮੀਟਿੰਗਾਂ ਲਾਉਣੀਆਂ ਬੰਦ ਕਰ ਦਿਓ। ਮੇਨ ਕੰਮ ਇਹ ਹੈ। ਇਸ ਨੂੰ ਲੈ ਕੇ ਜਦੋਂ ਤੁਹਾਨੂੰ ਧਮਕੀ ਮਿਲਦੀ ਹੈ ਆਉਂਦੇ ਹੋਏ ਤੁਹਾਡੇ ਥਾਣਾ ਮਾਜਰੀ ਪੁਲਿਸ ਸਟੇਸ਼ਨ ਪੈਂਦਾ ਹੈ, ਐਸਐਚਓ ਸਾਹਿਬ ਦੇ ਧਿਆਨ 'ਚ ਲਿਆਏ ਮਾਮਲਾ? ਮੈਂ ਜਿਵੇਂ ਮੇਰੇ ਨਾਲ ਇਹ ਹਾਦਸਾ ਹੋਇਆ ਤੇ ਉੱਥੋਂ ਮੈਂ ਸਿੱਧਾ ਐਸਐਚਓ ਸਾਹਿਬ ਦੇ ਕੋਲ ਚੱਲ ਗਿਆ ਥਾਣਾ ਮਾਜਰੀ। ਉਹ ਕੁਦਰਤੀ ਉੱਥੇ ਬੈਠੇ ਵੀ ਹੋਏ ਸੀਗੇ, ਉਹਨਾਂ ਨੇ ਬਹੁਤ ਤਰੀਕੇ ਨਾਲ ਮੇਰੀ ਗੱਲ ਸੁਣੀ ਆ, ਉਹਨਾਂ ਨੇ ਹੱਲਾਸ਼ੇਰੀ ਦਿੱਤੀ ਆ, ਉਹਨਾਂ ਨੇ ਆਪਣੇ ਸਪੋਰਟ ਦਾ ਵਾਅਦਾ ਕੀਤਾ ਹੈਗਾ। ਤੇ ਕੱਲ ਸਵੇਰੇ ਜਿੱਦਾਂ ਅਸੀਂ ਜਿਹੜੀ ਮੀਟਿੰਗ ਪਲਾਨ ਕਰ ਰਹੇ ਸੀਗੇ ਉਹ ਕੱਲ ਉਸ ਤਰ੍ਹਾਂ ਹੀ ਕੀਤੀ ਜਾਏਗੀ 11 ਵਜੇ। ਤੇ ਮੈਂ ਐਸਐਚਓ ਸਾਹਿਬ ਨੂੰ ਦੱਸ ਆਇਆ ਵੀ ਉੱਥੇ ਮੀਟਿੰਗ ਹੈਗੀ ਆ ਸਾਡੀ ਤੇ ਉੱਥੇ ਹੋ ਸਕਦਾ ਹਮਲਾ ਵੀ ਹੋ ਸਕਦਾ। ਉਹਨਾਂ ਨੇ ਆਪਣੀ ਪੂਰੀ ਸਪੋਰਟ ਦਾ ਵਾਅਦਾ ਕੀਤਾ ਜੀ, ਕੋਈ ਦਿੱਕਤ ਨਹੀਂ ਹੈਗੀ। ਅੱਛਾ, ਅੱਜ ਧਮਕੀ ਤੋਂ ਡਰ ਲੱਗਿਆ? ਜਿਵੇਂ ਗੋਲੀ ਮਾਰਨ ਦੀ ਗੱਲ ਕੀਤੀ, ਸਿੱਧੀ ਗੋਲੀ ਮਾਰਨੀ ਹੈ, ਕਿੰਨੇ ਪਿੱਛੇ ਹਟ ਜਾਓ, ਕੋਈ ਇੱਦਾਂ ਲੱਗਿਆ? ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਇਹ ਪਹਿਲਾਂ ਪਤਾ ਸੀ ਕਿ ਇਹ ਧਮਕੀਆਂ ਤਾਂ ਆਉਣੀਆਂ ਜਿਹੜੇ ਕੰਮ ਤੁਸੀਂ ਜਿਹੜੇ ਰਾਹ 'ਚ ਤੁਰ ਰਹੇ ਹੋ ਤੁਸੀਂ? ਭਾਜੀ ਅੱਜ ਤੋਂ ਮੈਂ ਤਕਰੀਬਨ 2.5 ਮਹੀਨੇ ਪਹਿਲਾਂ ਇਹ ਮੁਹਿੰਮ ਸ਼ੁਰੂ ਕੀਤੀ ਸੀ। ਮੈਨੂੰ 2.5 ਮਹੀਨੇ ਪਹਿਲਾਂ ਹੀ ਪਤਾ ਸੀ ਵੀ ਮੈਨੂੰ ਧਮਕੀ ਆਣੀ ਹੈ, ਹੋ ਸਕਦਾ ਗੋਲੀ ਵੀ ਵੱਜਣੀ ਹੈ। ਤਾਂ ਅੱਜ ਮੈਨੂੰ ਜਿਹੜੀ ਇਹ ਧਮਕੀ ਮਿਲੀ ਉਸ ਤੋਂ ਬਾਅਦ ਅਸਲ ਦੇ ਵਿੱਚ ਮੈਨੂੰ ਇਹ ਪੱਕਾ ਹੋ ਗਿਆ ਕਿ ਸ਼ਾਇਦ ਅਸੀਂ ਕੋਈ ਕੰਮ ਚੰਗਾ ਹੀ ਕਰ ਰਹੇ ਹਾਂ, ਨਹੀਂ ਤਾਂ ਧਮਕੀ ਕਿਹਨੇ ਦੇਣੀ ਸੀ ਜੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਲੋਕੀ ਝੂਠੀਆਂ ਤਾਰੀਫਾਂ ਕਰਕੇ ਨਾਲ ਉੱਦਾਂ ਹੀ ਖੜੇ ਹੋ ਜਾਂਦੇ ਆ। ਉਹ ਚੀਜ਼ ਨਹੀਂ ਹੋਈ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ। ਮੈਨੂੰ ਅੱਜ ਤੱਕ ਲੱਗਦਾ ਹੀ ਸ਼ਾਇਦ ਅਸੀਂ ਟਾਈਮ ਪਾਸ ਹੀ ਕਰ ਰਹੇ ਹਾਂ। ਦੇਖੋ ਮੁੰਡੇ ਮੈਂ ਨਸ਼ੇ ਤੋਂ ਬਾਹਰ ਕੱਢਤੇ ਸਾਡੇ ਮੋਰਚੇ ਨੇ, ਉਹ ਤਾਂ ਦਿਖਦਾ ਹੀ ਆ ਸਾਨੂੰ ਵੀ ਮੁੰਡੇ ਬਾਹਰ ਆ ਰਹੇ ਆ, ਮੁੰਡਿਆਂ ਦੀ ਜ਼ਿੰਦਗੀ ਬਣ ਰਹੀ ਹੈ, ਉਹਨਾਂ ਦੀ ਮਾਵਾਂ ਪਿਓ ਸਾਨੂੰ ਦੁਆਵਾਂ ਤਾਂ ਦਿੰਦੇ ਸੀਗੇ। ਪਰ ਅੱਜ ਸਾਨੂੰ ਇਹ ਪਤਾ ਲੱਗ ਰਿਹਾ ਕਿ ਜਿਹੜਾ ਦੂਸਰਾ ਪੱਖ ਹੈਗਾ, ਜਿਹੜਾ ਨਸ਼ੇ ਵੇਚਣ ਵਾਲਾ ਹੈਗਾ, ਉਹਨਾਂ ਨੂੰ ਵੀ ਅਸੀਂ ਦੁਖੀ ਕੀਤਾ। ਲੱਗਦਾ ਕਿ ਵਿਕਰਮ ਸੇਠੀ ਤੇ ਵਿਕਰਮ ਸੇਠੀ ਟੀਮ ਨੇ ਨਸ਼ੇ ਦੀ ਚੈਨ ਤੋੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਤਾਂ ਕਿ ਨਸ਼ਾ ਤਸਕਰਾਂ ਨੂੰ ਡਰ ਪੈ ਗਿਆ ਕਿ ਇਹ ਬੰਦਾ ਸਾਡਾ ਵਿਰੋਧੀ ਹੈ। ਜੀ ਸਰ, ਬਿਲਕੁਲ ਇੱਦਾਂ ਹੀ ਹੋਇਆ ਸਰ। ਜਿਹੜੇ ਏਰੀਆ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਕਿਉਂਕਿ ਖੇੜੇ ਦੇ ਵਿੱਚ ਨਾ
ਖਾਸ ਥੋੜਾ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉੱਦਾਂ ਅਸੀਂ ਆਪਣੇ ਇਲਾਕੇ ਦੇ ਵਿੱਚ, ਤੁਸੀਂ ਉੱਥੇ ਹੁੰਦੇ ਹੀ ਹੋ ਭਾਜੀ, ਸਾਰੀ ਪ੍ਰੈਸ ਦੇ ਮੈਂਬਰਾਂ ਨੂੰ ਉੱਥੇ ਹੁੰਦਾ ਹੀ ਹੈ, ਅਸੀਂ ਮੀਟਿੰਗਾਂ ਤਾਂ ਉੱਥੇ ਲਾਉਂਦੇ ਰਹਿੰਦੇ ਹਾਂ, ਬਥੇਰੀ ਥਾਵਾਂ ਤੇ ਲਾਉਂਦੇ ਹਾਂ। ਲੇਕਿਨ ਕਿਉਂਕਿ ਖੇੜੇ ਦੇ ਵਿੱਚ ਮੇਰਾ ਥੋੜਾ ਸਪੈਸ਼ਲ ਇੰਟਰਸਟ ਸੀਗਾ, ਤੇ ਉੱਥੇ ਅਸੀਂ ਜਿਹੜਾ ਅਸਲੀ ਮੋਰਚਾ ਆਪਣਾ ਪਿੰਡ ਦਾ ਜਿੱਥੇ ਖੜਾ ਕਰਨ ਦੀ ਗੱਲ ਹੁੰਦੀ ਹੈ, ਹੁਣ ਉੱਥੇ ਪਿੰਡ ਦੇ ਵਿੱਚ ਵੀ ਮੋਰਚਾ, ਹੁਣ ਅਸੀਂ ਕੱਲ ਉੱਥੇ ਪਿੰਡ ਦੇ ਵਿੱਚ ਇਹੀ ਕੰਮ ਕਰਨ ਜਾ ਰਹੇ ਹਾਂ ਵੀ ਅਸੀਂ ਘਰ ਘਰ ਦੇ ਵਿੱਚ ਜਾਣਾ, ਹਰ ਘਰ ਦੇ ਵਿੱਚ ਸਾਡੀ ਅਪੀਲ ਹੋਏਗੀ ਹਰ ਘਰ ਦਾ ਬੰਦਾ ਸਾਡਾ ਮੈਂਬਰ ਬਣੇ, ਤਾਂ ਕਿ ਪਿੰਡ ਦੇ ਵਿੱਚ ਜਿਹੜਾ ਵੀ ਬੰਦਾ ਨਸ਼ੇ ਵੇਚ ਰਿਹਾ ਜਾਂ ਨਸ਼ੇ ਲਾ ਰਿਹਾ, ਉਹ ਸਾਰੀ ਇਨਫੋਰਮੇਸ਼ਨ ਆਪਣੇ ਮੋਰਚੇ ਕੋਲ ਹੋਵੇ ਔਰ ਉਸ ਨੂੰ ਡਾਇਰੈਕਟ ਪਿੰਡ ਦੇ ਬੰਦੇ ਹੀ ਹੈਂਡਲ ਕਰ ਲੈਣ। ਮਤਲਬ ਸਾਡਾ ਮੋਰਚਾ ਜਿਹੜਾ ਉੱਥੇ ਇੱਕ ਵਾਰ ਖੜਾ ਹੋ ਜਾਵੇ ਤੇ ਫਿਰ ਮੋਰਚਾ ਉੱਥੇ ਖੜਾ ਜੀ, ਉਸ ਤੋਂ ਬਾਅਦ ਜਿੱਥੇ ਮੋਰਚਾ ਖੜਾ ਉੱਥੇ ਨਸ਼ਾ ਨਹੀਂ ਵਿਕ ਸਕਦਾ, ਨਾ ਨਸ਼ਾ ਲਾਣਗੇ ਲੋਕੀ। ਕੋਈ ਨਾਮ ਵੀ ਸਾਹਮਣੇ ਆਏ ਵਿਕਰਮ ਜੀ, ਕੋਈ ਇੱਦਾਂ ਦੇ ਨਸ਼ਾ ਤਸਕਰਾਂ ਦੇ ਕੋਈ ਲਿਸਟ ਤੁਹਾਡੇ ਕੋਲ ਇੱਦਾਂ ਦਾ ਕੋਈ ਨਾਮ ਆਇਆ ਕਿ ਜਿਹੜਾ ਤੁਸੀਂ ਆਉਣ ਵਾਲੇ ਖੁਲਾਸੇ ਵੀ ਕਰ ਸਕਦੇ ਹੋ, ਪੁਲਿਸ ਦੇ ਨਾਮ ਦੇ ਵੀ ਸਕਦੇ ਹੋ, ਕੋਈ ਇੱਦਾਂ ਦਾ ਵੀ ਆਇਆ ਸਾਹਮਣੇ? ਜੀ ਸਰ, ਕਿਉਂਕਿ ਮੈਂ ਉਸ ਪਿੰਡ ਦੇ ਵਿੱਚ ਕਾਫੀ ਦੇਰ ਤੋਂ ਕੰਮ ਕਰ ਹੀ ਰਿਹਾ, ਮੇਰੀ ਜੇਬ 'ਚ ਲਿਸਟ ਪਈ ਹੈ ਭਾਜੀ। ਲਿਸਟ ਦੇ ਵਿੱਚ ਉਹ ਸਾਰੇ ਲੋਕਾਂ ਦੇ ਤਸਕਰਾਂ ਦੇ ਨਾਂ ਹੈਗੇ ਆ, ਜਾਂ ਜਿਹੜੇ ਅੱਜ ਕੱਲ੍ਹ ਮੁੰਡੇ ਜਿਹੜੇ ਨਸ਼ਾ ਲਾਉਂਦੇ ਆ ਉਹੀ ਨਸ਼ਾ ਵੇਚਦੇ ਵੀ ਹੈਗੇ ਆ, ਤਾਂ ਉਹ ਹੋ ਗਏ ਛੋਟੇ ਤਸਕਰ, ਵੱਡੇ ਤਸਕਰ ਉਹ ਹੋ ਗਏ ਜਿਹੜੇ ਉਹਨਾਂ ਨੂੰ ਬਾਹਰੋਂ ਆ ਕੇ ਸਪਲਾਈ ਕਰਦੇ ਆ। ਤਾਂ ਆਹ ਸਾਰੀ ਲਿਸਟ ਮੇਰੇ ਹੱਥ 'ਚ ਹੈ ਜੀ। ਆਹ ਲਿਸਟ ਜਿਹੜੀ ਹੈ ਮੈਂ SHO ਸਾਹਿਬ ਨੂੰ ਵੀ ਦੇ ਆਇਆ ਉਹਦਾ, ਤੇ ਮਤਲਬ ਇਹ ਓਪਨਲੀ ਮੈਂ ਹੁਣ ਪ੍ਰੈਸ ਦੇ ਸਾਹਮਣੇ ਤਾਂ ਨਹੀਂ ਬੋਲ ਸਕਦਾ ਹੈਗਾ, ਲੇਕਿਨ ਹਾਂ ਸਾਡਾ ਕੰਮ ਜਿਹੜਾ ਹੈਗਾ ਉਹ ਜਾਰੀ ਹੈ। ਦਲਦਲ 'ਚੋਂ ਆਇਓ ਨਿਕਲ ਕੇ, ਨੌਜਵਾਨ ਕਿੰਨੇ ਕੁ ਨੌਜਵਾਨਾਂ ਨੂੰ ਤੁਸੀਂ ਬਾਹਰ ਕੱਢ ਦਿੱਤਾ ਹੁਣ ਤੱਕ ਜਦੋਂ ਤੋਂ ਮੋਰਚਾ ਸ਼ੁਰੂ ਕੀਤਾ? ਕਿੰਨੇ ਕੁ ਨੌਜਵਾਨ ਤੁਹਾਡੇ ਟੱਚ 'ਚ ਨੇ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ? ਭਾਜੀ ਦੇਖੋ, ਜਿਹੜੇ ਤਾਂ ਮੁੰਡੇ ਬਾਹਰੋਂ ਆਏ ਸੀਗੇ, ਬਾਹਰਲੇ ਸ਼ਹਿਰਾਂ ਤੋਂ ਨਸ਼ੇ ਛੱਡ ਕੇ ਸਾਡੇ ਕੋਲ ਆਏ ਆ ਸਾਡੀ ਹੈਲਪ ਲੈਣ ਵਾਸਤੇ, ਉਹ ਤਾਂ ਮੁੰਡੇ ਮੇਰੇ ਨਾਲ ਹੈਗੇ ਹੀ ਆ, ਜਿਹੜੇ ਮੈਂ ਤੁਹਾਨੂੰ ਈਕੋ ਸਿਟੀ ਦੇ ਵਿੱਚ ਤੇ ਚੰਡੀ ਮੰਦਿਰ ਦੇ ਵਿੱਚ ਸਾਡੇ ਲੋਕਾਂ ਨੇ, ਮਤਲਬ ਲੋਕਾਂ ਨੇ ਆਪਣੇ ਘਰ ਸਾਂ ਦਿੱਤੇ ਹੋਏ ਆ ਵੀ ਇੱਥੇ ਤੁਸੀਂ ਇਹ ਚੀਜ਼ ਕਰੋ, ਇਹ ਕੰਮ ਕਰੋ, ਇੱਥੇ ਮੁੰਡੇ ਰੱਖ ਲਓ। ਉਹਨਾਂ ਦੀ ਤਾਂ ਗਿਣਤੀ ਹੈਗੀ, ਪਰ ਜਿਹੜੇ ਆਪਣੇ ਲੋਕਲ ਏਰੀਆ ਦੇ ਵਿੱਚ ਮੁੰਡੇ ਹੈਗੇ ਆ ਜਿਹੜੇ ਛੱਡ ਕੇ ਆਏ ਆ, ਜਿਹੜੇ ਹਰ ਮੀਟਿੰਗ 'ਚ ਸਾਨੂੰ ਮਿਲਦੇ ਹੈਗੇ ਆ, ਉਹਨਾਂ ਦੀ ਗਿਣਤੀ ਜ਼ਿਆਦਾ ਹੈਗੀ ਆ। ਲੋਕਲ ਏਰੀਆ ਦੇ ਵਿੱਚ ਇੰਨੇ ਕੁ ਮੁੰਡੇ ਆਪਣੇ ਨਾਲ ਹੈਗੇ ਆ ਕਿ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸੀ ਉਹ ਨਸ਼ਾ ਛੱਡ ਗਏ ਆ ਤੇ ਆਪਣੇ ਕੰਮਕਾਰ ਤੇ ਲੱਗੇ ਹੈਗੇ ਆ। ਪਲੱਸ ਉਹਨਾਂ ਨੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀਗੇ ਉਹਨਾਂ ਨੂੰ ਮਿਲਣਾ ਬੰਦ ਕਰਤਾ, ਕਈ ਉਹਨਾਂ 'ਚੋਂ ਨਸ਼ੇ ਵੇਚਦੇ ਸੀਗੇ ਉਹਨਾਂ ਨੇ ਨਸ਼ਾ ਵੇਚਣੇ ਬੰਦ ਕਰਤੇ, ਤੇ ਉਹਦੇ ਨਾਲ ਕਿਤੇ ਨਾ ਕਿਤੇ ਮਤਲਬ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ। ਕਾਫੀ ਮੁੰਡੇ ਜਿਹੜੇ ਹੈਗੇ ਸਾਡੇ ਨਾਲ ਜੁੜੇ ਹੋਏ ਆ ਇਸ ਇਲਾਕੇ। ਜਾਨ ਨੂੰ ਵੀ ਖਤਰਾ ਹੈ, ਭਾਵੇਂ ਤੁਸੀਂ ਇੱਕ ਮੁਹਿੰਮ ਦੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਨਸ਼ੇ ਦਲ 'ਚੋਂ ਬਾਹਰ ਕੱਢ ਰਹੇ ਹੋ, ਤਾਂ ਪ੍ਰੋਟੈਕਸ਼ਨ ਕੀ ਤੁਹਾਡੀ ਫਿਰ? ਭਾਜੀ ਪਹਿਲੀ ਪ੍ਰੋਟੈਕਸ਼ਨ ਤਾਂ ਸਾਡਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਖੜਾ ਹੈਗਾ, ਸਾਡੇ ਗੁਰੂ ਪੀਰ ਸਾਡੇ ਨਾਲ ਹੈਗੇ ਆ, ਤੇ ਚੰਗਾ ਅਸੀਂ ਕੰਮ ਕਰ ਰਹੇ ਹਾਂ। ਜਿੱਥੇ ਵੀ ਅਸੀਂ ਪਿੰਡਾਂ ਜਾਂਦੇ ਹਾਂ ਉੱਥੇ ਸਾਨੂੰ ਕੋਈ ਖਤਰਾ ਨਹੀਂ ਹੁੰਦਾ ਹੈਗਾ, ਸਾਰੇ ਪਿੰਡ ਵਾਲੇ ਸਾਡੇ ਨਾਲ ਖੜੇ ਹੁੰਦੇ ਹੈਗੇ ਆ, ਤੇ ਇਦਾਂ ਦੀਆਂ ਮਾੜੀ ਮੋਟੀਆਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਆ। ਹਾਂ, ਉਹ ਲਹਿਦਾ ਗੱਲ ਹੈਗੀ ਹੈ ਕਿ ਜਿਹੜੇ SHO ਸਾਹਿਬ ਹੈਗੇ ਆ ਉਹਨਾਂ ਨੂੰ ਅਸੀਂ ਦੱਸ ਆਏ ਹਾਂ, ਉਹਨਾਂ ਦੇ ਨਾਲ ਉਹਨਾਂ ਦੀ ਵੀ ਇਹੀ ਰਾਏ ਸੀਗੀ ਕਿ ਤੁਸੀਂ ਆਰਮਸ ਲਾਇਸੈਂਸ ਲੈ ਲਓ, ਤੇ ਹੁਣ ਅਸੀਂ ਆਰਮਸ ਲਾਇਸੈਂਸ ਜਿਹੜਾ ਹੈਗਾ ਅੱਜ ਹੀ ਅਪਲਾਈ ਕਰਨ ਲੱਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਲਰਟ ਹੋਵਾਂਗੇ, ਸਾਡੇ ਕੋਲ ਆਪਣਾ ਹਥਿਆਰ ਹੋਊਗਾ, ਸਾਡੇ ਨਾਲ ਕੋਈ ਨਾ ਕੋਈ ਜਿਹੜੇ ਬੰਦੇ ਆਪਣੇ ਮੋਰਚੇ ਦੇ ਬੰਦੇ ਉਹ ਸਾਡੇ ਨਾਲ ਚੱਲਿਆ ਕਰਨਗੇ। ਤੇ ਇੱਕੋ ਕਹਾਵਤ ਹੈਗੀ ਹੈ ਜੀ, ਤੁਸੀਂ ਜ਼ਰੂਰਤ ਤੋਂ ਜ਼ਿਆਦਾ ਵੀ ਸਾਵਧਾਨ ਹੋ ਕੇ ਨਹੀਂ ਰਹਿ ਸਕਦੇ ਹੈਗੇ। ਤਾਂ ਇਸ ਕਰਕੇ ਜੋ ਅਸੀਂ ਕਰਾਂਗੇ ਉਹਨਾਂ ਤਾਂ ਕਰਾਂਗੇ, ਪਰ ਮੇਨ ਮੁੱਦਾ ਇਹ ਹੈ ਵੀ ਅਸੀਂ ਡਰਾਂਗੇ ਨਹੀਂ। ਜਾਨ ਤਾਂ ਇੱਕ ਵਾਰੀ ਜਾਣੀ ਆ, ਉਹ ਤਾਂ ਜਾਏਗੀ ਜੇ ਸਾਡੀ ਜਾਨ ਜਾਣ ਦੇ ਨਾਲ ਹੀ ਇਹ ਚੀਜ਼ ਕਾਮਯਾਬ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਸਾਨੂੰ। ਬਿਲਕੁਲ, ਬਹੁਤ ਵੱਡੀ ਗੱਲ ਹੈ। ਦੇਖੋ ਵਿਕਰਮ ਸੇਠੀ ਜਿਨ੍ਹਾਂ ਨੂੰ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰਨ ਦੀ ਧਮਕੀ ਮਿਲੀ ਹੈ, ਜਿਨ੍ਹਾਂ ਨੌਜਵਾਨਾਂ ਨੇ ਇਹਨਾਂ ਨੂੰ ਘੇਰਿਆ, ਉਹਨਾਂ ਵੱਲੋਂ ਕਿਹਾ ਗਿਆ ਜਾਂ ਤਾਂ ਇਸ ਕੰਮ ਤੋਂ ਹਟ ਜਾਓ, ਨੌਜਵਾਨਾਂ ਨੂੰ ਨਸ਼ਾ ਛਡਾਉਣ ਤੋਂ ਹਟ ਜਾਓ, ਜਾਂ ਫਿਰ ਗੋਲੀ ਲਈ ਤਿਆਰ ਹੋ ਜਾਓ। ਇੱਦਾਂ ਦੀ ਧਮਕੀ ਵਿਕਰਮ ਸੇਠੀ ਨੂੰ ਮਿਲ ਗਈ, ਜਿਨ੍ਹਾਂ ਵੱਲੋਂ ਮੋਰਚਾ ਇੱਕ ਸ਼ੁਰੂ ਕੀਤਾ ਹੋਇਆ ਸੀ, ਮੁਹਿੰਮ ਸ਼ੁਰੂ ਕੀਤੀ ਹੋਈ ਸੀ ਨੌਜਵਾਨਾਂ ਨੂੰ ਨਸ਼ੇ ਦਲ 'ਚੋਂ ਬਾਹਰ ਕੱਢਣ ਵਾਸਤੇ। ਪਰ ਹੁਣ ਸਵਾਲ ਇਹ ਪੈਦਾ ਹੁੰਦੇ ਨੇ ਕਿ ਕਿਤੇ ਨਾ ਕਿਤੇ ਇਹ ਨੌਜਵਾਨ ਜਿਹੜੇ ਨਸ਼ਾ ਛਡਾਉਣ ਦੇ ਵਿੱਚ ਲੱਗੇ ਹੋਏ ਨੇ ਪਿੰਡਾਂ ਦੇ ਵਿੱਚੋਂ, ਤਾਂ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਨਸ਼ੇ ਦੀ ਚੈਨ ਹੈ ਉਹਨੂੰ ਤੋੜਨ ਦੇ ਵਿੱਚ ਕਾਮਯਾਬ ਲੱਗਦਾ ਕਿ ਹੋ ਰਹੇ ਨੇ, ਜਿਸ ਤਰੀਕੇ ਨਾਲ। ਕਿਉਂਕਿ ਜਦੋਂ ਧਮਕੀਆਂ ਮਿਲਣੀ ਸ਼ੁਰੂ ਹੋ ਜਾਣ, ਜਦੋਂ ਇੱਕ ਤਰੀਕੇ ਦਾ ਨਸ਼ਾ ਤੱਕ ਨੂੰ ਡਰ ਪੈ ਜਾਏ ਸਾਡਾ ਕੰਮ ਕਾਰ ਠੱਪ ਹੋ ਰਿਹਾ ਹੈ, ਤਾਂ ਸਮਝੋ ਕਿ ਇਹਨਾਂ ਦਾ ਮੋਰਚਾ ਕਾਮਯਾਬੀ ਵੱਲ ਜਾ ਰਿਹਾ ਹੈ। ਪਰ ਕਿਤੇ ਨਾ ਕਿਤੇ ਜਾਨ ਨੂੰ ਵੀ ਵੱਡਾ ਖਤਰਾ ਹੈ, ਜਿਸ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਇਹਨਾਂ ਦੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਨੌਜਵਾਨ ਇਹਨਾਂ ਦੇ ਨਾਲ ਜੁੜੋ, ਜਿਹਦੇ ਨਾਲ ਕਿ ਨਿਊ ਚੰਡੀਗੜ੍ਹ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਇਹ ਨੌਜਵਾਨ ਨਸ਼ਾ ਖਤਮ ਕਰ ਸਕਣ। ਤੇ ਹੁਣ ਪੁਲਿਸ ਨੂੰ ਵੀ ਅਪੀਲ ਕਰਦੇ ਹਾਂ, ਇਹਨਾਂ ਵੱਲੋਂ ਵੀ ਅਪੀਲ ਕੀਤੀ ਹੈ ਕਿ ਸਾਡੀ ਪ੍ਰੋਟੈਕਸ਼ਨ ਕੀਤੀ ਜਾਵੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਦਾਂ ਤਸਕਰ ਹੁੰਦੇ ਨੇ ਜਾਂ ਫਿਰ ਨਸ਼ੇੜੀ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ, ਉਹ ਹਮਲੇ ਕਰਦੇ ਨੇ। ਇੱਦਾਂ ਦੀ ਘਟਨਾਵਾਂ ਬਹੁਤ ਪੰਜਾਬ ਦੇ ਵਿੱਚ ਆਈਆਂ ਸੀ। ਪਰ ਇਸ ਨੂੰ ਲੈ ਕੇ ਇਹਨਾਂ ਨੇ ਅਪੀਲ ਕੀਤੀ ਹੈ ਕਿ ਕਿਤੇ ਨਾ ਕਿਤੇ ਅਸੀਂ ਤਾਂ ਸਾਵਧਾਨ ਹੋਵਾਂਗੇ, ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿੱਥੇ ਅਸੀਂ ਕੈਂਪ ਲਾਉਂਦੇ ਹਾਂ ਉੱਥੇ ਚੌਕਸੀ ਵਧਾਉਣੀ ਚਾਹੀਦੀ, ਜਿਹਦੇ ਕਾਰਨ ਅਸੀਂ ਪੰਜਾਬ ਦੇ ਵਿੱਚੋਂ, ਨਿਊ ਚੰਡੀਗੜ੍ਹ ਦੇ ਵਿੱਚੋਂ ਨਸ਼ਾ ਖਤਮ ਕਰ ਸਕੀਏ। ਤਾਂ ਅਸੀਂ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ, ਕਮੈਂਟ ਕਰਿਓ ਕਿ ਨੌਜਵਾਨਾਂ ਦਾ ਹੌਸਲਾ ਵੱਧ ਸਕੇ ਤੇ ਉਹਨਾਂ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾ ਸਕੇ। ਹੋਰ ਖਬਰਾਂ ਦੇਖਣ ਲਈ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਿਓ, ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇਜੀ।